ਸਤਿ ਸ਼੍ਰੀ ਅਕਾਲ ਕਿਸਾਨ ਵੀਰੋ। ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਕਿਸਾਨ ਵੀਰਾਂ ਨਾਲ ਗੱਲਬਾਤ ਕਰਦੇ ਹਾਂ, ਵੱਖ-ਵੱਖ ਮਾਹਿਰਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਭਰਪੂਰ ਜਾਣਕਾਰੀ ਦੇਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਅੱਜ ਅਸੀਂ ਕੁਦਰਤੀ ਵਸੀਲੇ ਬਚਾਉਣ ਵਾਲੇ ਇੱਕ ਸਫਲ ਕਿਸਾਨ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਜਿਨ੍ਹਾਂ ਦਾ ਨਾਮ ਹੈ ਸਰਦਾਰ ਮਨਦੀਪ ਸਿੰਘ ਜੀ, ਜਿਹੜੇ ਕਿ ਪਿੰਡ ਰਸੂਲਪੁਰ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਨੇ। ਮਨਦੀਪ ਸਿੰਘ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ 'ਚ। ਔਰ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਕਿਸਾਨ ਫਸਲਾਂ ਉਗਾਉਂਦੇ ਆ। ਕਣਕ ਝੋਨੇ ਦੀ ਜੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਦੋ ਫਸਲਾਂ ਅਸੀਂ ਮੁੱਖ ਤੌਰ 'ਤੇ ਜਿਹੜੀਆਂ ਉਹ ਪੈਦਾਵਾਰ ਜਿਹੜੀ ਹੈ ਜਿਨ੍ਹਾਂ ਦੀ ਕੀਤੀ ਜਾਂਦੀ ਹੈ। ਜੀ ਸਰ। ਤੁਸੀਂ ਵੱਖ-ਵੱਖ ਫਸਲਾਂ ਜਿਹੜੀਆਂ ਝੋਨੇ ਅਤੇ ਕਣਕ ਦੇ ਨਾਲ ਤੁਸੀਂ ਮੱਕੀ ਦੀ ਬਿਜਾਈ ਵੀ ਕਰਦੇ ਹੋ, ਤੁਸੀਂ ਜਿਹੜੀ ਆ ਦਾਲਾਂ ਦੀ ਬਿਜਾਈ ਵੀ ਕਰਦੇ ਹੋ। ਕੀ ਕਹਿਣਾ ਚਾਹੁੰਦੇ ਆ, ਕਿਹੋ ਜਿਹੀਆਂ ਇਹ ਬਦਲਵੀਂ ਫਸਲ ਜਿਹੜੀ ਹੈ ਕਿਹੋ ਜਿਹੀ ਹੈ? ਬਦਲਵੀਂ ਫਸਲ ਸਰ ਇਹ ਹੈ ਵੀ ਕਣਕ ਝੋਨੇ ਦੀ ਫਸਲੀ ਚੱਕਰ ਨੂੰ ਸਾਨੂੰ ਛੱਡ ਕੇ ਤੇ ਥੋੜ੍ਹੀਆਂ ਬਦਲਵੀਆਂ ਫਸਲਾਂ ਅਪਣਾਉਣੀਆਂ ਚਾਹੀਦੀਆਂ ਆ। ਇਸ ਵਿੱਚ ਮੱਕੀ ਆ ਜਾਂ ਆਪਾਂ ਮੂੰਗੀ ਦੀ, ਸਰਦੀ ਦੇ ਵਿੱਚ ਛੋਲੇ, ਮਸਰ, ਇਹਨਾਂ ਦੀ ਕਾਸ਼ਤ ਕਰ ਸਕਦੇ ਆ ਅਤੇ ਇਹਦੇ ਨਾਲ ਸਾਨੂੰ ਕਾਫੀ ਲਾਭ ਹੁੰਦਾ ਆ ਜੀ। ਅਤੇ ਸਾਡਾ ਜਿਹੜਾ ਵਾਤਾਵਰਨ ਆ ਉਹਦੇ ਨਾਲ ਵੀ ਕਾਫੀ ਮਤਲਬ ਸਾਡੇ ਮਿੱਤਰ ਕੀੜੇ ਬਚਦੇ ਨੇ। ਜਿਹੜਾ ਕਣਕ ਝੋਨੇ ਦੇ ਫਸਲੀ ਚੱਕਰ ਨਾਲ ਸਾਡਾ ਕਾਫੀ ਨੁਕਸਾਨ ਹੋ ਰਿਹਾ ਕੁਦਰਤੀ ਸੋਮਿਆਂ ਦਾ। ਗੱਲਬਾਤ 'ਚ ਤੁਸੀਂ ਦੱਸਿਆ ਮਨਦੀਪ ਸਿੰਘ ਜੀ ਕਿ ਤੁਸੀਂ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਵੀ ਕਰਦੇ ਹੋ। ਜੀ ਸਰ। ਆਮ ਆਪਾਂ ਦੇਖਦੇ ਹਾਂ ਪੰਜਾਬ ਦੇ ਬਹੁਤ ਘੱਟ ਕਿਸਾਨ ਝੋਨੇ ਦੀ ਸਿੱਧੀ, ਹਾਲਾਂਕਿ ਸਰਕਾਰ ਜਿਹੜੀ ਆ ਉਹ ਹੈਲਪ ਵੀ ਕਰ ਰਹੀ ਹੈ। 1500 ਰੁਪਈਆ ਪਰ ਏਕੜ ਜਿਹੜੀ ਸਿੱਧੀ ਬਿਜਾਈ ਝੋਨੇ ਦੀ ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ ਜਿਹੜੇ ਉਹ ਪੈਸੇ ਵੀ ਸਹਾਇਤਾ ਵੀ ਦਿੱਤੀ ਗਈ ਹੈ। ਜਿਹੜੀ ਸਿੱਧੀ ਬਿਜਾਈ ਆ ਅਤੇ ਦੂਜੀ ਬਿਜਾਈ 'ਚ ਕੀ ਅੰਤਰ ਹੈ? ਸਰ, ਸਿੱਧੀ ਬਿਜਾਈ ਦੇ ਵਿੱਚ ਸਾਡੇ ਕਾਫੀ ਅੰਤਰ ਆ। ਉਹਦੇ ਨਾਲ ਸਾਡੇ ਲੇਬਰ ਬਚ ਜਾਂਦੀ ਆ ਅਤੇ ਉਹਦੇ ਨਾਲ ਮਤਲਬ ਸਾਨੂੰ ਫੰਗਸ ਤੋਂ ਹੋਰ ਕਾਫੀ ਚੀਜ਼ਾਂ ਤੋਂ ਛੁਟਕਾਰਾ ਮਿਲਦਾ ਆ। ਥੋੜ੍ਹਾ ਜਿਹਾ ਉਹਦੇ ਪ੍ਰਤੀ ਅਵੇਅਰਨੈਸ ਦੀ ਘਾਟ ਹੋਣ ਕਰਕੇ ਕਿਸਾਨ ਉਸ ਪਾਸੇ ਨੂੰ ਜ਼ਿਆਦਾ ਨਹੀਂ ਜਾ ਰਹੇ। ਇਸ ਵਾਰ ਤਾਂ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ 1500 ਰੁਪਈਆ ਪਰ ਏਕੜ ਦਿੱਤਾ ਜਾ ਰਿਹਾ, ਜਿਹਦੇ ਨਾਲ ਕਿਸਾਨ ਦੀ ਕਾਫੀ ਮਦਦ ਹੋਊਗੀ। ਇਹ ਸਾਨੂੰ ਉਪਰਾਲਿਆਂ ਨੂੰ ਅਪਣਾਉਣਾ ਚਾਹੀਦਾ, ਛੋਟੇ ਪੱਧਰ ਤੋਂ ਸਟਾਰਟ ਕਰਕੇ ਕਰਨਾ ਚਾਹੀਦਾ। ਇਹਦੇ ਨਾਲ ਝਾੜ ਦੇ ਵਿੱਚ ਕੋਈ ਵੱਡਾ ਅੰਤਰ ਨਹੀਂ ਪੈਂਦਾ, ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਜੀ। ਜਿਵੇਂ ਤੁਸੀਂ ਸਿੱਧੀ ਬਿਜਾਈ ਨਾਲ ਝੋਨਾ ਜਿਹੜਾ ਉਹ ਝੋਨੇ ਦੀ ਫਸਲ ਜਿਹੜੀ ਆ ਉਹ ਬੀਜੀ ਹੈ ਜੀ, ਇਹਦੇ 'ਚ ਜਿੱਥੇ ਤੁਸੀਂ ਕਹਿੰਦੇ ਆ ਵੀ ਲੇਬਰ ਦੀ ਘਾਟ ਹੈ ਉਹ ਤਾਂ ਪੂਰੀ ਹੁੰਦੀ ਹੈ। ਸਿੱਧੀ ਬਿਜਾਈ ਨਾਲ ਖਰਚਾ ਵੀ ਇੱਕ ਤਾਂ ਮੈਂ ਤੁਹਾਡੇ ਤੋਂ ਇਹ ਆ ਵੀ ਜਿੱਦਾਂ ਲੇਬਰ ਤੁਹਾਨੂੰ ਲੱਭਣੀ ਪੈਂਦੀ ਆ ਉਹਦੇ ਖਰਚੇ ਦਾ। ਦੂਜਾ ਕਿਉਂਕਿ ਝੋਨੇ ਨੂੰ ਅਸੀਂ ਆਮ ਦੇਖਦੇ ਹਾਂ ਵੀ ਜਿਹੜਾ ਪਾਣੀ ਹੈ ਨਾ ਉਹ ਝੋਨੇ ਦੀ ਫਸਲ ਸਭ ਤੋਂ ਵੱਧ ਪਾਣੀ ਜਿਹੜਾ ਉਹ ਲੈਂਦੀ ਅਤੇ ਪਾਣੀ ਦੀ ਘਾਟ ਹੈ। ਤੁਹਾਨੂੰ ਪਤਾ ਹੈ ਕਿ ਪਾਣੀ ਦੀ ਕਿੰਨੀ ਵੱਡੀ ਸਮੱਸਿਆ ਸਾਡੇ ਸਾਹਮਣੇ ਖੜੀ ਹੈ, ਵੀ ਪਾਣੀ ਦਾ ਵੀ ਫਰਕ ਪੈਂਦਾ, ਕੰਜਪਸ਼ਨ ਦਾ ਫਰਕ ਪੈਂਦਾ। ਸਰ, ਜਿਹੜੀ ਝੋਨੇ ਦੀ ਸਿੱਧੀ ਬਿਜਾਈ ਆ ਨਾ, ਇੱਕ ਸਾਡੀ ਸੋਚ ਬਣ ਚੁੱਕੀ ਆ ਕਿ ਝੋਨਾ ਜਿਹੜੀ ਆ ਉਹ ਪਾਣੀ ਦੀ ਫਸਲ ਆ ਜੀ। ਹਾਲਾਂਕਿ ਪਾਣੀ ਦੀ ਨਹੀਂ, ਇਹ ਸੈੱਲ ਦੀ ਫਸਲ ਆ। ਜੇ ਇਹਨੂੰ ਟਾਈਮ ਟੂ ਟਾਈਮ ਸੈੱਲ ਦਾ ਪਾਣੀ ਲੱਗਦਾ ਰਹਿੰਦਾ ਤੇ ਇਹ ਪੂਰਾ ਝਾੜ ਦਿੰਦੀ ਆ। ਸਿੱਧੀ ਬਿਜਾਈ ਦੇ ਵਿੱਚ ਸਾਡਾ ਪਾਣੀ ਦੀ ਬਹੁਤ ਬਚਤ ਹੁੰਦੀ ਆ। ਤੁਸੀਂ ਚੌਥੇ, ਪੰਜਵੇਂ ਦਿਨ, 6ਵੇਂ ਦਿਨ ਵੀ ਪਾਣੀ ਜਦੋਂ ਬਰਸਾਤਾਂ ਆ ਜਾਂਦੀਆਂ ਅਤੇ ਤੁਸੀਂ ਹਫ਼ਤੇ ਬਾਅਦ, 10 ਦਿਨ ਬਾਅਦ ਵੀ ਪਾਣੀ ਦੀ ਕਈ ਵਾਰ ਜ਼ਰੂਰਤ ਨਹੀਂ ਪੈਂਦੀ ਕਿਉਂ ਟਾਈਮ ਟੂ ਟਾਈਮ ਬਰਸਾਤ ਹੋ ਜਾਂਦੀ ਆ। ਪਾਣੀ ਦਾ ਬਹੁਤ ਵਧੀਆ ਇਹਦੇ ਵਿੱਚ ਮਤਲਬ ਬਚਤ ਆ। ਅਤੇ ਦੂਜਾ ਇਹਦੇ 'ਚ ਰੀਚਾਰਜ ਹੋ ਜਾਂਦਾ ਜਿੰਨਾ ਪਾਣੀ ਆ। ਤੁਸੀਂ ਜਿਹੜਾ ਕੱਦੂ ਕਰਕੇ ਅਸੀਂ ਝੋਨਾ ਲਗਾ ਰਹੇ ਹਾਂ ਉਹਦੇ 'ਚ ਪਾਣੀ ਖੜ੍ਹਦਾ ਆ ਅਤੇ ਜਦੋਂ ਬਰਸਾਤ ਜ਼ਿਆਦਾ ਹੁੰਦੀ ਆ ਉਹ ਪਾਣੀ ਵਗ ਜਾਂਦਾ, ਉਹ ਰੀਚਾਰਜ ਨਹੀਂ ਹੁੰਦਾ। ਇਹ ਸਿੱਧੀ ਬਿਜਾਈ ਦੇ ਨਾਲ ਮਤਲਬ ਲਓ ਵੀ ਜਿੰਨਾ ਬਾਰਿਸ਼ ਦਾ ਪਾਣੀ ਉਹ ਰੀਚਾਰਜ ਹੋ ਜਾਂਦਾ। ਇਹਦੇ ਨਾਲ ਕੁਦਰਤੀ ਸੋਮਿਆਂ ਦੀ ਬਹੁਤ ਬਚਤ ਹੈ। ਇਹ ਤਾਂ ਤੁਸੀਂ ਮਨਦੀਪ ਸਿੰਘ ਜੀ ਸਹੀ ਗੱਲ ਆਖੀ ਆ ਵੀ ਜੇ ਝੋਨੇ 'ਚ 2-4 ਦਿਨ ਪਾਣੀ ਆਪਾਂ ਨਾ ਲਾਈਏ ਝੋਨੇ ਦੀ ਫਸਲ ਨੂੰ, ਤਰੇੜਾਂ ਵੀ ਆ ਜਾਂਦੀਆਂ ਅਤੇ ਝੋਨੇ ਦੀ ਫਸਲ ਜਿਹੜੀ ਆ ਮਰਨ ਦਾ ਡਰ ਰਹਿੰਦਾ। ਦੂਜਾ, ਜਿੱਥੇ ਪਾਣੀ ਦਾ ਬਚਾਅ ਅਸੀਂ ਕਰਦੇ ਹਾਂ ਸਿੱਧੀ ਬਿਜਾਈ ਨਾਲ ਝੋਨੇ ਦਾ, ਉੱਥੇ ਅਸੀਂ ਇਹਦੀਆਂ ਬਿਮਾਰੀਆਂ ਜਿਹੜੀਆਂ ਆ ਜਾਂ ਸਪਰੇਆਂ ਆ ਜਾਂ ਹੋਰ ਚੀਜ਼ਾਂ ਆ ਉਹਦਾ ਵੀ ਕੋਈ ਪੈਸੇ ਬਚਦੇ? ਜਦੋਂ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਾਂ ਅਤੇ ਉਹਨੂੰ ਕੱਦੂ ਵਾਲੇ ਝੋਨੇ ਨਾਲ ਕੰਪੈਰੀਜ਼ਨ ਕਰਦੇ ਹਾਂ ਅਤੇ ਕੱਦੂ ਵਾਲੇ ਝੋਨੇ ਦੇ ਮੁਕਾਬਲੇ ਸਿੱਧੀ ਬਿਜਾਈ ਝੋਨੇ ਦੇ ਵਿੱਚ ਫੰਗਸ ਜਿਹੜੀ 70% ਬਿਮਾਰੀ ਝੋਨੇ ਨੂੰ ਫੰਗਸ ਦੀ ਆਉਂਦੀ ਆ ਉਹ ਨਹੀਂ ਆਉਂਦੀ, ਬਹੁਤ ਘੱਟ, ਰੇਅਰਲੀ। ਨਾ ਤਾਂ ਕੋਈ ਉਹਨੂੰ ਜੜ੍ਹ ਦੇ ਵਿੱਚ ਕੋਈ ਸਮੱਸਿਆ ਆਉਂਦੀ ਆ ਅਤੇ ਨਾ ਸ਼ੀਤ ਬਲਾਈਟ, ਹੋਰ ਕੋਈ ਵੀ ਇਹੋ ਜਿਹੀ ਫੰਗਸ ਦੀ ਬਿਮਾਰੀ ਨਹੀਂ ਆਉਂਦੀ, ਜਿਹਦੇ ਨਾਲ ਸਾਡਾ ਇਹ ਖਰਚਾ ਵੀ ਕਾਫੀ ਹੱਦ ਤੱਕ ਬਚ ਜਾਂਦਾ। ਅਤੇ ਉਹਦੇ ਵਿੱਚ ਤੇ ਜਿਹੜਾ ਸਾਡੇ ਕੀਟ ਨੇ ਉਹ ਕੀਟਾਂ ਦਾ ਪ੍ਰਬੰਧਨ ਅਸੀਂ ਮਤਲਬ ਵੱਖਰੇ ਵੱਖਰੇ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਉਹਦੇ ਵਿੱਚ ਕੀਟ ਵੀ ਬਹੁਤ ਘੱਟ ਆਉਂਦੇ ਨੇ ਕਿਉਂ ਉਹਦਾ ਜਿਹੜਾ ਪੱਤਾ ਹੁੰਦਾ ਲੀਫ ਫੋਲਡਰ, ਮਤਲਬ ਸਾਡੇ ਜਿਹਨੂੰ ਪੱਤਾ ਲਪੇਟ ਸੁੰਡੀ ਅਸੀਂ ਕਹਿ ਦਿੰਦੇ ਹਾਂ, ਉਹ ਬਹੁਤ ਘੱਟ ਆਉਂਦੀ ਆ। ਕਿ ਜਿਹੜਾ ਸਿੱਧੀ ਬਿਜਾਈ ਵਾਲਾ ਝੋਨਾ ਆ ਉਹਦਾ ਪੱਤਾ ਥੋੜ੍ਹਾ ਸਖਤ ਹੁੰਦਾ, ਉਹਨੂੰ ਲਪੇਟਣਾ ਮੁਸ਼ਕਿਲ ਹੋ ਜਾਂਦਾ। ਮਤਲਬ ਅਸੀਂ ਕੀਟਾਂ 'ਤੇ ਵੀ ਔਰ ਜਿਹੜੀਆਂ ਦੂਜਾ ਪੈਸਟੀਸਾਈਡ ਜਾਂ ਫੰਗੀਸਾਈਡ ਵਰਤਦੇ ਹਾਂ ਉਹਦਾ ਕਾਫੀ ਸਾਡਾ ਬਚਾਅ ਆ। ਇਹਦੇ ਨਾਲ ਸਾਡਾ ਵਾਤਾਵਰਨ ਬਹੁਤ ਸ਼ੁੱਧ ਰਹਿੰਦਾ। ਇਹਦੇ ਨਾਲ ਇਹਦੇ ਵਿੱਚੋਂ ਕਦੇ ਵੀ ਹੁਮਸ ਪੈਦਾ ਨਹੀਂ ਹੁੰਦੀ।
ਜਿਹੜੀ ਕਿ ਇਹ ਵੱਡੀ ਬਿਮਾਰੀਆਂ ਦੀ ਜੜ ਹੁਮਸ ਹੈ। ਸਿੱਧੀ ਬਿਜਾਈ 'ਚ ਹੁਮਸ ਪੈਦਾ ਨਹੀਂ ਹੁੰਦੀ। ਹੋਰ ਤੁਸੀਂ ਕਿਹੜੀ ਫਸਲ, ਜਿਵੇਂ ਮੱਕੀ ਹੈ, ਇਹਦੇ ਨਾਲ ਮੱਕੀ ਦੀ ਵੀ ਫਸਲ ਜਿਹੜੀ ਹੈ ਤੁਸੀਂ ਉਗਾਉਂਦੇ ਹੋ? ਮੇਰਾ ਛੋਟਾ ਕਿਸਾਨ ਕਰਕੇ ਮੈਂ ਥੋੜ੍ਹੇ ਪੱਧਰ ਤੇ ਮੱਕੀ ਦੀ ਫਸਲ ਵੀ ਲਗਾ ਰਿਹਾ ਹਾਂ ਜੀ। ਤੇ ਮੱਕੀ ਦੇ ਉੱਪਰ ਥੋੜ੍ਹਾ ਜਿਹਾ ਮਤਲਬ ਸਾਡੀ ਸਰਕਾਰ ਨੂੰ ਗੰਭੀਰ ਹੋਣਾ ਪੈਣਾ ਕਿ ਉਹਦੇ ਤੇ MSP ਸਾਨੂੰ ਜ਼ਰੂਰੀ ਚਾਹੀਦੀ ਆ ਜੀ। ਜੀ, ਉਹ ਮਤਲਬ ਜ਼ਰੂਰੀ ਆ। ਫਿਰ ਬਦਲ ਕਿਸਾਨ ਕੋਲ ਹੈਗਾ, ਮੱਕੀ ਬੀਜ ਸਕਦਾ, ਪਰ ਜੇ ਉਹਦੇ ਤੇ MSP ਹੋਵੇ। ਮਨਦੀਪ ਸਿੰਘ ਜੀ, ਮੱਕੀ ਦੀ ਫਸਲ ਦੀ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਮੱਕੀ ਜਿਹੜੀ ਹੈ ਉਹਦਾ ਝੋਨੇ ਦੇ ਮੁਕਾਬਲੇ ਕਿੰਨਾ ਕੁ ਫਰਕ ਝਾੜਦਾ ਪੈਂਦਾ? ਸਰ, ਜੇ ਤੇ ਸਰਕਾਰ MSP ਤੈਅ ਕਰ ਦਿੰਦੀ ਆ ਜੀ, ਫਿਰ ਕਿਸਾਨ ਮੱਕੀ ਤੇ ਜਾ ਸਕਦਾ ਕਿ ਉਹਨੂੰ ਪਤਾ ਹੋਊਗਾ ਕਿ ਮੇਰੇ ਇੰਨਾ ਮੈਨੂੰ ਰੇਟ ਮਿਲਣਾ। ਮੱਕੀ ਝਾੜ ਕਾਫੀ ਦੇ ਜਾਂਦੀ ਆ ਜੀ। ਮੱਕੀ 30 ਤੋਂ ਲੈ ਕੇ 40 ਕੁਇੰਟਲ ਦੇ ਵਿੱਚ ਐਵਰੇਜ ਝਾੜ ਦਿੰਦੀ ਆ ਜੀ। ਤੇ ਪਰ ਉਹਦੀ MSP ਨਾ ਹੋਣ ਕਰਕੇ ਕਿਸਾਨ ਉਹਦੇ ਵੱਲ ਸ਼ਿਫਟ ਨਹੀਂ ਹੋ ਰਿਹਾ ਜੀ। ਜਦੋਂ ਆਪਾਂ ਝੋਨੇ ਦੀ ਫਸਲ ਉਗਾਉਂਦੇ ਆ, ਬੀਜਦੇ ਆ, ਉਦੋਂ ਬਾਅਦ ਇਹਦਾ ਜਿਹੜਾ ਪਰਾਲੀ ਹੈ ਉਹਨੂੰ ਬਹੁਤ ਸਾਰੇ ਕਿਸਾਨ, ਸਰਕਾਰ ਜ਼ੋਰ ਲਾ ਲਈ ਹੈ ਕਿ ਇਹ ਜਿਹੜੀ ਆ ਪਰਾਲੀ ਆ ਉਹਨੂੰ ਅੱਗ ਨਾ ਲਾਈ ਜਾਵੇ ਜੀ। ਤੁਸੀਂ ਜਿਹੜੀ ਆ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਜੀ। ਕਿਸ ਤਰ੍ਹਾਂ ਦਾ ਇਹ ਤੁਹਾਡਾ ਮੈਥਡ ਹੈ ਬਾਕੀਆਂ ਨਾਲੋਂ? ਸਰ, ਮੈਂ ਜਿਹੜਾ ਪਿਛਲੇ 5-7 ਸਾਲ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾ ਰਿਹਾ। ਉਹਦੇ ਵਿੱਚ ਸਾਡੇ ਕੋਲ ਬਹੁਤ ਸਾਰੀ ਮਸ਼ੀਨਰੀ ਆ ਜਿਹੜੀ ਗਵਰਨਮੈਂਟ ਨੇ ਉਪਲਬਧ ਕਰਵਾਈ ਗਈ ਆ ਜੀ। ਬਹੁਤ ਕਿਸਾਨ ਸੰਸਥਾਵਾਂ ਬਣੀਆਂ ਨੇ, ਉਹਨਾਂ ਕੋਲ ਮਸ਼ੀਨਰੀ ਹੈਗੀ ਆ। ਕਿਸਾਨ ਨੂੰ ਨਾ ਥੋੜ੍ਹਾ ਜਿਹਾ ਇੱਕ ਲੀਹ ਤੋਂ ਹਟ ਕੇ ਸੋਚਣਾ ਪੈਣਾ ਜੀ। ਜੀ, ਮੈਂ ਪਿਛਲੇ 5 ਸਾਲ ਪਹਿਲਾਂ ਹੈਪੀ ਸੀਡਰ ਨਾਲ ਬਿਜਾਈ ਕੀਤੀ। ਕੁਝ ਵੀ ਨਹੀਂ ਕਰਨਾ, ਤੁਹਾਡੀ ਝੋਨਾ ਕੱਟਿਆ ਜਾਂਦਾ ਤੇ ਇਦਾਂ ਹੀ ਹੈਪੀ ਸੀਡਰ ਨਾਲ ਬਿਜਾਈ ਕਰ ਦਿਓ। ਤੇ ਮੇਰੇ ਪਿੰਡ ਦੇ ਵਿੱਚ 3-4 ਸਾਲ ਬਿਲਕੁਲ ਪੂਰੇ ਪਿੰਡ ਨੇ ਅੱਗ ਨਹੀਂ ਲਾਈ, ਵਧੀਆ ਸਾਡੇ ਰਿਜ਼ਲਟ ਆਏ। ਪਰ ਕੁਝ ਕਾਰਨ ਫਿਰ ਹੋਰ ਹੀ ਹੋ ਗਿਆ ਵੀ ਸਾਡੀ ਸੋਚ ਰੱਖ ਲਓ, ਫਿਰ ਕਿਸਾਨ ਉਸ ਪਾਸੇ ਨੂੰ ਚਲੇ ਗਏ। ਜਿਹੜਾ ਪਰਾਲੀ ਪ੍ਰਬੰਧਨ ਦਾ ਕੰਮ ਆ ਉਹ ਬਹੁਤ ਮਸ਼ੀਨਰੀ ਆ ਚੁੱਕੀ ਆ ਸਾਡੇ ਕੋਲ। ਇੱਕ ਸਾਨੂੰ ਸੋਚ ਬਦਲਣੀ ਪੈਣੀ ਆ ਜੀ। ਲੀਹ ਤੋਂ ਹਟ ਕੇ ਚੱਲਣਾ। ਹੈਪੀ ਸੀਡਰ ਨਾਲ ਬਿਜਾਈ ਕਰ ਲਓ। ਮੇਰਾ 5-6 ਸਾਲ ਦਾ ਇਹ ਤਜਰਬਾ ਹੈਗਾ ਕਿ ਤੁਹਾਡੀ ਕਣਕ ਵੱਧ ਨਿਕਲੂਗੀ, ਘਟੂਗੀ ਨਹੀਂ ਹੈਪੀ ਸੀਡਰ ਨਾਲ। ਦੇਖੋ, ਬਹੁਤ ਸਾਰਾ ਸਰਕਾਰ ਨੇ ਬਦਲ ਵੀ ਦਿੱਤੇ ਆ। ਸਰਕਾਰ ਸਬਸਿਡੀ ਦਿੰਦੀ ਆ ਕਿ ਤੁਸੀਂ ਜਿਹੜੀ ਆ ਪਰਾਲੀ ਨੂੰ ਅੱਗ ਨਾ ਲਾਓ ਜੀ। ਜੇ ਇਹਦਾ ਹੈਪੀ ਸੀਡਰ ਖਰੀਦਣਾ ਜਾਂ ਤੁਸੀਂ ਕੁਝ ਹੋਰ ਸਾਧਨ ਜਿਹੜੇ ਲੈਣੇ ਆ ਉਹਦੇ 'ਚ ਅਸੀਂ ਤੁਹਾਨੂੰ ਸਬਸਿਡੀ ਸਰਕਾਰ ਦੇ ਬਿਲਕੁਲ। ਫਿਰ ਵੀ ਕਿਸਾਨ ਇਸ ਪਾਸੇ ਨਹੀਂ ਆਉਂਦੇ। ਕਹਿਣ ਦੇ ਬਾਵਜੂਦ ਵੀ ਜਿਹੜਾ ਉਹ ਪਰਾਲੀ ਨੂੰ ਅੱਗ ਕਿਸਾਨ ਲਾਉਂਦਾ, ਕਾਰਨ ਕੀ ਹੈ ਇਹਦੇ 'ਚ? ਸਰ, ਮੈਂ ਜਿਹੜੇ ਕਾਰਨ ਦੋ ਮੰਨਦਾ ਜੀ। ਇੱਕ ਤੇ ਕਿਸਾਨ ਦੀ ਥੋੜੀ ਸੋਚ ਜਿਹੜੀ ਆ ਉਹ ਸੋਚ ਨਹੀਂ ਬਦਲਦੇ ਆ ਕਿਸਾਨ। ਤੇ ਦੂਸਰਾ ਇਹ ਹੈਗਾ ਵੀ ਸਾਨੂੰ ਨਾ ਜਿਹੜੀ ਸਬਸਿਡੀ ਜ਼ਿਆਦਾ ਦੇਣ ਦੀ ਬਜਾਏ ਗਵਰਨਮੈਂਟ ਨੂੰ ਪਰ ਏਕੜ ਦੇਣਾ ਚਾਹੀਦਾ ਜੀ। ਚਾਹੇ ਮਤਲਬ ਕੁਝ ਵੀ ਇਸ ਵਾਰ ਥੋੜੀ ਗੱਲ ਚੱਲ ਰਹੀ ਆ ਵੀ ਨਿਰਧਾਰਿਤ ਕਰਨਗੇ, ਉਹਦੇ ਨਾਲ ਜਿਹੜਾ ਛੋਟਾ ਕਿਸਾਨ ਆ ਮਤਲਬ 2 ਏਕੜ ਵਾਲਾ, 2.5 ਏਕੜ ਵਾਲਾ, ਉਹ ਵੱਡੀ ਮਸ਼ੀਨਰੀ ਨਹੀਂ ਲੈ ਸਕਦਾ। ਜੇ ਉਹਨੂੰ ਸਿੱਧੇ ਪੈਸੇ ਮਿਲ ਜਾਣਗੇ ਤੇ ਉਹ ਬਦਲ ਕਰੂਗਾ ਜੀ। ਫਿਰ ਉਹਨੂੰ ਮਤਲਬ ਬਦਲ ਕਰਨਾ ਆਸਾਨ ਹੋ ਜਾਊਗਾ ਕਿ ਉਹ ਵੱਡੀ ਮਸ਼ੀਨਰੀ ਲੈ ਨਹੀਂ ਸਕਦਾ ਤੇ ਉਹਨੂੰ ਸਿੱਧੇ ਪੈਸੇ ਮਿਲ ਨਹੀਂ ਰਹੇ। ਉਹਨੂੰ ਸਿੱਧੇ ਪੈਸੇ ਮਿਲ ਜਾਣ, ਮਤਲਬ ਏਕੜ ਦਾ ਜੋ ਵੀ ਬਚ ਜਾਵੇ, ਉਹ ਉਹਦੇ ਨਾਲ ਆਪਣਾ ਬਦਲ ਕਰ ਸਕਦਾ। ਤੇ ਜਿਹੜੀ ਮਸ਼ੀਨਰੀ ਮਿਲਦੀ ਆ ਥੋੜੇ ਵੱਡੇ ਕਿਸਾਨ ਕਰਦੇ ਆ, ਪਰ ਉਨ ਟਾਈਮ ਪੀਰੀਅਡ ਥੋੜਾ ਹੋਣ ਕਰਕੇ ਸਾਰੇ ਖੇਤਾਂ ਵਿੱਚ ਉਸ ਮਸ਼ੀਨਰੀ ਨਾਲ ਪਹੁੰਚਣਾ ਸੰਭਵ ਨਹੀਂ ਹੈਗਾ ਜੀ। ਮਤਲਬ ਹਰੇਕ ਕਿਸਾਨ ਨੂੰ ਉਹਦੇ ਪੱਧਰ ਤੇ ਉਹਨੂੰ ਮੁਨਾਫਾ ਦੇਣਾ ਚਾਹੀਦਾ। ਵੀ ਪਰਾਲੀ ਸਾਂਭਣ ਦਾ ਇਸ ਵਾਰ ਗੱਲ ਚੱਲ ਰਹੀ ਵੀ 2500 ਰੁਪਈਆ ਦੇਣ ਦੀ, ਜੇ ਉਹ 2500 ਰੁਪਈਆ ਮਿਲ ਜਾਂਦਾ ਫਿਰ ਮੇਰੀ ਸੋਚ ਆ ਵੀ ਕੋਈ ਬਹੁਤ ਘੱਟ ਕਿਸਾਨ ਹੋਣਗੇ ਜਿਹੜੇ ਅੱਗ ਲਾਉਣਗੇ। ਇੱਕ ਸਾਨੂੰ ਸੋਚ ਬਦਲਣੀ ਚਾਹੀਦੀ। ਆਪਣਾ ਪੌਣ ਪਾਣੀ ਬਚਾਉਣ ਲਈ ਸਾਨੂੰ ਬਦਲ ਕੇ ਦੇਖਣਾ ਚਾਹੀਦਾ। ਮਤਲਬ ਮਿੱਤਰ ਕੀੜੇ ਵੱਜ ਜਾਂਦੇ। ਮੈਂ ਉੱਥੇ ਹੀ ਆ ਰਿਹਾ ਸੀ ਵੀ ਦੇਖੋ, ਇਹ ਜਿਹੜੀ ਫਸਲ ਆ, ਹੁਣ ਆਪਾਂ ਝੋਨੇ ਦੀ ਪਿਛਲੀ ਫਸਲ ਦੇਖਦੇ ਆ ਪਿੱਛੇ ਆਪਣੇ ਜੀ, ਇਹਦੇ 'ਚ ਪਾਣੀ 'ਚ ਬਹੁਤ ਸਾਰੀਆਂ ਇਦਾਂ ਦੇ ਕੀੜੇ ਮਕੌੜੇ ਆ ਜਿਹੜੇ ਸਾਡੇ ਮਿੱਤਰ ਹੈਗੇ ਆ, ਜਿਹੜੇ ਸਾਡੀ ਫਸਲ ਨੂੰ, ਸਾਡੇ ਝਾੜ ਨੂੰ ਜਿਹੜੇ ਆ ਵਧਾਉਂਦੇ ਆ। ਜਦੋਂ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਆ, ਇੱਕ ਤਾਂ ਇਹ ਨੁਕਸਾਨ ਹੁੰਦਾ, ਬਿਲਕੁਲ ਸਰ। ਦੂਜਾ ਜਿਹੜਾ ਵਾਤਾਵਰਨ ਦੂਸ਼ਿਤ ਹੁੰਦਾ ਜੀ, ਉਹ ਬਹੁਤ ਜ਼ਿਆਦਾ ਹੁੰਦਾ। ਕੀ ਕਿਸਾਨ ਇਹ ਸਮਝਦੇ ਆ ਵੀ ਇਹ ਜਿਹੜੀ ਅਸੀਂ ਅੱਗ ਲਾਉਂਦੇ ਆ ਇਹਦੇ 'ਚ ਵਾਤਾਵਰਨ ਦੂਸ਼ਿਤ ਹੋ ਰਿਹਾ? ਕਿਸਾਨ ਕਰਨਾ ਵੀ ਚਾਹੁੰਦਾ, ਪਰ ਜਿਹੜਾ ਛੋਟਾ ਜ਼ਿਮੀਦਾਰ ਆ ਉਹਨੂੰ ਥੋੜੀ ਜਿਹੀ ਇਹ ਸਮੱਸਿਆ ਆ ਰਹੀ ਆ। ਪਰ ਥੋੜੀ ਸਾਨੂੰ ਆਪਣੀ ਸੋਚ ਵੀ ਡਿਵੈਲਪ ਕਰਨੀ ਪੈਣੀ ਆ ਜੀ। ਮਤਲਬ ਜੇ ਅਸੀਂ ਉਹਨੂੰ ਖੇਤ ਦੇ ਵਿੱਚ ਹੀ ਗਲਾ ਦੇਈਏ, ਸਾਡੇ ਮਿੱਤਰ ਕੀੜੇ ਵੱਧ ਜਾਣਗੇ। ਗੰਡੋਆ ਆਪਣਾ ਕੰਮ ਆਰਾਮ ਨਾਲ ਕਰੂਗਾ। ਜੇ ਅਸੀਂ ਮਲਚਿੰਗ ਕਰਕੇ ਕਣਕ ਬੀਜ ਦਿੰਦੇ ਆ ਜੀ ਹੈਪੀ ਸੀਡਰ ਨਾਲ, ਗੰਡੋਆ 6 ਮਹੀਨੇ ਬਿਲਕੁਲ ਆਰਾਮ ਨਾਲ ਕੰਮ ਕਰਦਾ ਹੈ ਔਰ ਸਾਡੀ ਉਪਜ ਵੱਧਦੀ ਆ। ਸਾਨੂੰ ਜ਼ਹਿਰਾਂ ਤੋਂ ਬਚਾਅ ਹੋ ਜਾਣਾ, ਸਾਡਾ ਮਤਲਬ ਖਾਦ ਤੋਂ ਬਚਾਅ ਹੋ ਜਾਣਾ। ਇਸ ਕਰਕੇ ਸਾਨੂੰ ਇਸ ਪਾਸੇ ਵੱਲ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਆ। ਕਿਸਾਨ ਨੂੰ ਸਰਕਾਰ ਆਪਣਾ ਕੰਮ ਕਰ ਰਹੀ ਆ, ਪਰ ਸਾਡਾ ਉਹ ਇੱਕ ਕਿੱਤਾ ਆ। ਅਸੀਂ ਕਿੱਤੇ ਨੂੰ ਰੱਬ ਮੰਨ ਕੇ ਕਰੀਏ ਔਰ ਕਿੱਤੇ 'ਚ ਅਸੀਂ ਖਨਾਮੀ ਕਰ ਰਹੇ ਹਾਂ, ਅੱਗ ਲਾ ਰਹੇ ਹਾਂ। ਕੋਈ ਵੀ ਬੰਦਾ ਤੁਸੀਂ ਦੇਖੋ ਆਪਣੇ ਕਿੱਤੇ ਨਾਲ ਨਹੀਂ ਇੱਦਾਂ ਧੋਖਾ ਕਰਦਾ। ਅਸੀਂ ਤੇ ਉਸੇ ਹੀ ਖੇਤ 'ਚੋਂ ਖਾਣਾ, ਉੱਥੇ ਹੀ ਅੱਗ ਲਾ ਕੇ ਅਸੀਂ
ਉਹਦੇ ਕੋਲੋਂ ਇਨਪੁਟ ਤਾਂ ਚਾਹੁੰਦੇ ਆ ਵੀ ਸਾਡਾ 35 ਕੁਇੰਟਲ ਝੋਨਾ ਹੋ ਜਾਵੇ 40 ਹੋ ਜਾਵੇ, ਪਰ ਅਸੀਂ ਉਹਨੂੰ ਵਾਪਸ ਕੀ ਦੇ ਰਹੇ ਹਾਂ? 3 ਕੁਇੰਟਲ ਯੂਰੀਆ ਜਾਂ DAP ਦੇ ਰਹੇ ਹਾਂ, ਜ਼ਹਿਰ ਦੇ ਰਹੇ ਹਾਂ। ਕੁਛ ਦਿੱਤਾ ਤਾਂ ਨਹੀਂ ਨਾ ਉਹਨੂੰ, ਕੁਛ ਨਾ ਕੁਛ ਤੇ ਸਾਨੂੰ ਵਾਪਸ ਕਰਨਾ ਪੈਣਾ। ਉਹ ਪਰਾਲੀ ਨੂੰ ਅਸੀਂ ਵਾਪਸ ਕਰੀਏ, ਸਾਨੂੰ ਵੱਧ ਕੇ ਮਿਲੂਗਾ ਸਰ। ਮਨਦੀਪ ਸਿੰਘ ਜੀ, ਝੋਨਾ ਤੇ ਮੱਕੀ ਦੀ ਗੱਲ ਆਪਾਂ ਕੀਤੀ ਹੈ, ਤੁਸੀਂ ਦਾਲਾਂ ਦੀਆਂ ਜਿਹੜੀਆਂ ਫਸਲਾਂ ਉਹ ਵੀ ਬੀਜਦੇ ਹੋ ਜੀ, ਦਾਲ ਦੀ ਖੇਤੀ ਕਰਦੇ ਹੋ ਜੀ। ਦਾਲਾਂ ਅਸਲ 'ਚ ਕਿਹੋ ਜਿਹੀ ਖੇਤੀ, ਕਿੰਨੇ ਕੁ ਮੁਨਾਫੇ ਵਾਲੀ ਹੈਗੀ ਆ, ਤੇ ਇਹ ਪਾਣੀ ਦਾ ਇਹਦੇ 'ਚ ਕਿੰਨਾ ਕੁ ਬਚਾਅ ਹੋ ਜਾਂਦਾ, ਉਹਦੇ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੋ। ਸਰ ਦਾਲ ਜਿਹੜੀ ਹੈਗੀ ਆ, ਜਿਹੜੀ ਆਪਾਂ ਮਤਲਬ ਮੈਂ ਕਰਦਾ ਮੂੰਗੀ ਦੀ ਕਾਸ਼ਤ, ਜੀ। ਉਹ 60 ਮੂੰਗੀ ਆ, ਕਣਕ ਵੱਢਣ ਤੋਂ ਬਾਅਦ ਆਪਾਂ ਉਹਨੂੰ ਬੀਜਦੇ ਆ, ਤੇ ਉਸ ਤੋਂ ਬਾਅਦ ਮਤਲਬ ਜਿਹੜਾ ਹੈਗਾ ਬਈ ਝੋਨਾ ਲਾਉਣ ਤੋਂ ਪਹਿਲਾਂ ਉਹ 60 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ। ਉਹ ਸਾਡੀ ਇੱਕ ਬੋਨਸ ਅਸੀਂ ਉਹਨੂੰ ਕਹਿ ਸਕਦੇ ਆ ਵੀ ਜਿਹੜਾ ਸਾਨੂੰ ਹੈਗਾ ਉਹਦੇ ਤੇ ਖਰਚਾ ਘਟਿਆ, ਮਤਲਬ ਲਾਗਤ ਉਹਦੇ ਤੇ ਹੈ ਨਹੀਂ, ਮੁਨਾਫਾ ਸਾਨੂੰ ਆ ਜਾਂਦਾ। ਔਰ ਉਸੇ ਗੱਲ ਪਹਿਲੀ ਤੇ ਫਿਰ ਆਪਾਂ ਆ ਜਾਂਦੇ ਕਿ ਸਰਕਾਰ ਇਹਦੇ ਤੇ ਇੱਕ ਪ੍ਰੋਪਰ MSP ਦੇ ਦਿੰਦੀ ਆ, ਤੇ ਕਿਸਾਨ ਕੋਲ ਕਾਫੀ ਬਦਲ ਨੇ, ਕੰਮ ਆ ਕੇ ਉੱਥੇ ਰੁਕ ਜਾਂਦਾ ਸਰ MSP ਤੇ। ਮਤਲਬ ਜੇ ਸਾਨੂੰ ਲਾਗਤ ਮੁੱਲ ਤੋਂ ਵੱਧ ਕੇ ਫਿਰ ਸਾਨੂੰ ਪ੍ਰੋਫਿਟ ਹੁੰਦਾ, ਫਿਰ ਅਸੀਂ ਉਹ ਕੰਮ ਕਰਦੇ ਹਾਂ। ਔਰ ਜਦੋਂ ਅਸੀਂ ਦਾਲਾਂ ਦੀ ਖੇਤੀ ਕਰਦੇ ਹਾਂ, ਉਹਦੇ ਨਾਲ ਸਾਡੇ ਖੇਤ ਦੇ ਵਿੱਚ ਜਿਹੜੀ ਕੁਦਰਤੀ ਤੌਰ ਤੇ ਮਤਲਬ ਜਿਹੜੀਆਂ ਫਲੀ ਵਾਲੀਆਂ ਸਬਜ਼ੀਆਂ, ਇਹ ਨਾਈਟ੍ਰੋਜਨ ਇਕੱਠੀ ਕਰਦੀਆਂ, ਫਾਸਫੋਰਸ ਇਕੱਠੀ ਕਰਦੀਆਂ ਹਵਾ ਦੇ ਵਿੱਚੋਂ, ਔਰ ਸਾਡੀ ਉਪਜਾਊ ਸ਼ਕਤੀ ਵੱਧਦੀ ਆ। ਮੁਨਾਫੇ ਨਾਲੋਂ ਜ਼ਿਆਦਾ ਉਪਜਾਊ ਸ਼ਕਤੀ ਵੱਲ ਵੀ ਅਸੀਂ ਦਈਏ। ਮਤਲਬ ਸਾਡੇ ਧਰਤੀ ਜਿਹੜੀ ਬੰਜਰ ਹੋ ਰਹੀ ਆ, ਉਹਦਾ ਕਾਰਨ ਇਹੀ ਆ ਕਿ ਅਸੀਂ ਮਤਲਬ ਉਪਜਾਊ ਸ਼ਕਤੀ ਧਰਤੀ ਦੀ ਘਟਦੀ ਜਾ ਰਹੀ ਆ। ਕੁਝ ਫਸਲਾਂ ਸਾਨੂੰ ਇਹੋ ਜਿਹੀਆਂ ਵੀ ਬੀਜਣੀਆਂ ਚਾਹੀਦੀਆਂ ਜਿਹੜੀ ਟਾਈਮ ਟੂ ਟਾਈਮ ਉਪਜਾਊ ਸ਼ਕਤੀ ਵਧਾਵੇ। ਕੀ ਇਹਦੇ 'ਚ ਪਾਣੀ ਦੀ ਲਾਗਤ ਵੀ ਘੱਟ ਹੈ? ਮਤਲਬ ਇੱਕ ਤਾਂ ਤੁਸੀਂ ਇਹਦੇ 'ਚ ਦਵਾਈਆਂ ਦੀ ਤੁਸੀਂ ਦੱਸਿਆ, ਦੂਜਾ ਪਾਣੀ ਵੀ ਇਹਨੂੰ ਘੱਟ ਦੇਣਾ ਪੈਂਦਾ ਝੋਨੇ ਦੇ ਮੁਕਾਬਲੇ। ਹਾਂਜੀ ਸਰ, ਤੇ ਜਿਹੜੀ 60 ਮੂੰਗੀ ਲਾਉਂਦੇ ਆ ਸਿਰਫ 1 ਜਾਂ 2 ਪਾਣੀ ਨਾਲ ਇਹ ਪਲ ਜਾਂਦੀ ਆ ਜੀ। ਜੇ ਬਾਰਿਸ਼ ਹੋ ਜਾਂਦੀ ਆ ਤੇ ਦੂਸਰੇ ਪਾਣੀ ਦੀ ਵੀ ਜ਼ਰੂਰਤ ਨਹੀਂ ਪੈਂਦੀ, ਮਤਲਬ 1 ਪਾਣੀ ਨਾਲ ਵੀ ਫਸਲ ਇਹ ਹੋ ਜਾਂਦੀ ਆ ਜੀ। ਜਿਹੜੀਆਂ ਰੇਤਲੀਆਂ ਜ਼ਮੀਨਾਂ ਨੇ ਉੱਥੇ ਹੋ ਸਕਦਾ ਇਹ 2 ਤੋਂ ਵੱਧ ਪਾਣੀ ਲਾਉਣੇ ਪੈ ਜਾਣ, ਪਰ ਜਿਹੜੀ ਉਪਜਾਊ ਜਿੱਥੇ ਝੋਨਾ ਲੱਗ ਰਿਹਾ ਉਹਨਾਂ ਜ਼ਮੀਨਾਂ ਜਾਂ ਮੱਕੀ ਹੋ ਰਹੀ ਆ, ਉੱਥੇ 1 ਪਾਣੀ ਨਾਲ ਹੀ ਮੂੰਗੀ ਦੀ ਫਸਲ ਬੜੀ ਵਧੀਆ ਤਰੀਕੇ ਨਾਲ ਤਿਆਰ ਹੋ ਜਾਂਦੀ। ਜਦੋਂ ਮੰਡੀਕਰਨ ਦੀ ਆਪਾਂ ਗੱਲ ਕਰਦੇ ਹਾਂ, ਕਈ ਵਾਰੀ ਦੂਜੀਆਂ ਜਿਹੜੀਆਂ ਫਸਲਾਂ ਹੈਗੀਆਂ ਝੋਨੇ ਤੇ ਕਣਕ ਤੋਂ ਬਿਨਾਂ, ਤੁਸੀਂ ਮੱਕੀ ਦੀ ਗੱਲ ਕੀਤੀ, ਤੁਸੀਂ ਦਾਲ ਦੀ ਗੱਲ ਕੀਤੀ, 60 ਮੂੰਗੀ ਦੀ ਗੱਲ ਕੀਤੀ, ਇਹ ਜਦੋਂ ਆਪਾਂ ਇਹਦੀ ਮਤਲਬ ਮੰਡੀਕਰਨ ਕਰਦੇ ਹਾਂ, ਬਿਲਕੁਲ ਸਰ, ਉਹ ਵੇਚਣਾ ਕਿੰਨਾ ਕੋਈ ਕਿਸਾਨ ਨੂੰ ਕਈ ਵਾਰੀ, ਕਿਉਂਕਿ ਜਿਹੜੀ ਫਸਲ ਘੱਟ ਹੋਵੇ ਉਹਨੂੰ ਵੇਚਣਾ ਕਈ ਵਾਰੀ ਮੁਸ਼ਕਲ ਵੀ ਲੱਗਦਾ, ਕਈ ਵਾਰੀ ਸੌਖਾ ਵੀ ਲੱਗਦਾ, ਉਹ ਕਿਹੋ ਜਿਹਾ ਤਜਰਬਾ ਤੁਹਾਡਾ? ਸਰ ਮੰਡੀਕਰਨ ਦਾ ਤਜਰਬਾ ਇਹ ਹੈਗਾ ਜੀ ਬਈ ਮੰਡੀਕਰਨ ਦਾ ਥੋੜੀ ਜਿਹੀ ਮੁਸ਼ਕਿਲ ਆ ਜਾਂਦੀ ਆ ਜੀ। ਮਤਲਬ ਮੂੰਗੀ ਤੇ ਜਾਂ ਮੱਕੀ ਤੇ, ਪਰ ਜੇ ਸਾਡਾ ਸਰਕਾਰ ਸਾਡੇ ਨਾਲ ਮਤਲਬ ਕਰੇ ਵੀ MSP ਦੇ ਕੇ ਖਰੀਦ ਕਰੇ ਵਧੀਆ ਤਰੀਕੇ ਨਾਲ, ਫਿਰ ਕਿਸਾਨ ਇਸ ਪਾਸੇ ਜਾ ਸਕਦੇ। ਥੋੜੀ ਸਮੱਸਿਆ ਆਉਂਦੀ ਆ ਜੀ, ਪਰ ਏਡੀ ਵੱਡੀ ਵੀ ਸਮੱਸਿਆ ਹੈ ਨਹੀਂ ਕਿ ਨਹੀਂ, ਜਿਹਦਾ ਮਤਲਬ ਜੋ ਹੁਣ ਜਿਹੜੇ ਫਾਰਮਰ ਆਲੂ ਕਰਦੇ ਨੇ ਉਹਨਾਂ ਨੂੰ ਪਤਾ ਕਿ ਆਲੂ ਪ੍ਰਾਈਵੇਟ ਆ, ਪਰ ਉਹਦਾ ਮਤਲਬ ਗਾਹਕ ਆ ਜਾਂਦਾ। ਗੱਲ ਉੱਥੇ ਆ ਜਾਂਦੀ ਜੀ ਸਾਡੀ ਕੁਆਲਿਟੀ ਤੇ। ਜੇ ਅਸੀਂ ਵਧੀਆ ਤਰੀਕੇ ਦੀ ਕੁਆਲਿਟੀ ਦੀ ਮੂੰਗੀ ਪੈਦਾ ਕਰ ਲੈਂਦੇ ਆ ਤੇ ਸਾਡੇ ਲੋਕਲ ਸਟੋਰ ਆ, ਅਸਲ 'ਚ ਕਿਸਾਨ ਨੂੰ ਕਿਸਾਨ ਦੇ ਨਾਲ ਨਾ ਆਪਣਾ ਮਾਰਕੀਟਿੰਗ ਵੀ ਖੁਦ ਕਰਨੀ ਪੈਣੀ ਹੈ। ਮਤਲਬ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਮਤਲਬ ਅਸੀਂ ਮਾਰਕੀਟਿੰਗ ਵੀ ਕਰੀਏ, ਜਾਂ ਆਪਣੇ ਲੋਕਲ ਜਿਹੜੇ ਦੁਕਾਨਦਾਰ ਆ ਉਹਨਾਂ ਨਾਲ ਗੱਲ ਕਰੀਏ ਕਿ ਉਹ ਮੂੰਗੀ ਹਰੇਕ ਪਰਿਵਾਰ ਨੇ ਖਾਣੀ ਆ ਜਾਂ ਦਾਲ ਹਰੇਕ ਪਰਿਵਾਰ ਨੇ ਖਾਣੀ ਆ। ਮੈਂ ਜਿੰਨੀ ਕੁ ਮੂੰਗੀ ਪੈਦਾ ਕਰਦਾ ਜੀ, ਥੋੜੀ ਮੇਰੀ ਛੋਟੀ ਖੇਤੀ ਆ, ਪਰ ਉਹ ਮੂੰਗੀ ਮੇਰੇ ਪਿੰਡ 'ਚ ਹੀ ਸੇਲ ਹੋ ਜਾਂਦੀ ਹੈ। ਬਿਲਕੁਲ ਸਰ, ਮੈਨੂੰ ਮਤਲਬ ਮੂੰਗੀ ਦੀ ਕੋਈ ਏਡੀ ਸਮੱਸਿਆ ਨਹੀਂ ਆਉਂਦੀ। ਮੈਂ ਥੋੜੇ ਤਿਲ ਬੀਜਦਾ ਆ, ਮਤਲਬ ਸਰੋਂ ਬੀਜ ਲਈ ਦੀ ਆ, ਉਹਦਾ ਤੇਲ ਵੇਚਿਆ ਜਾਂਦਾ। ਮਤਲਬ ਇਹੋ ਜਿਹੀਆਂ ਫਸਲਾਂ ਬੀਜ ਕੇ ਮਤਲਬ ਆਪਣਾ ਆਲੇ ਦੁਆਲੇ 'ਚ ਤੁਹਾਨੂੰ ਆਪਣੇ ਆਪ ਨੂੰ ਸਥਾਪਿਤ ਕਰਨਾ ਪੈਣਾ। ਝੋਨੇ ਦੀ ਸਿੱਧੀ ਬਿਜਾਈ ਦੀ ਆਪਾਂ ਗੱਲ ਕਰਦੇ ਸੀ। ਕਿਸਾਨ ਸਰਕਾਰ ਜਿਹੜੀ ਆ ਉਹ ਬੜਾ ਮਤਲਬ ਕੋਸ਼ਿਸ਼ ਕਰ ਰਹੀ ਆ ਵੀ ਕਿਸਾਨ ਬਿਲਕੁਲ ਕੱਦੂ ਵਾਲੇ ਝੋਨੇ ਤੋਂ ਸਿੱਧੀ ਬਿਜਾਈ ਵਾਲੇ ਪਾਸਿਓਂ ਜੀ ਕਿਸਾਨ ਨਹੀਂ ਆਉਂਦੇ। ਫਾਇਦਾ ਕਿਸਾਨ ਦਾ ਹੈ, ਇੱਕ ਤਾਂ ਉਹਦੀ ਲੇਬਰ ਘਟਦੀ ਹੈ। ਬਿਲਕੁਲ। ਤੁਸੀਂ ਕੀ ਮਹਿਸੂਸ ਕਰਦੇ ਹੋ? ਤੁਸੀਂ ਤਾਂ ਸਿੱਧੀ ਬਿਜਾਈ ਕਰਦੇ ਹੋ ਜੀ ਸਰ। ਇਹਦੇ ਵਿੱਚ ਕਿਸਾਨ ਦਾ ਕਾਫੀ ਫਾਇਦਾ ਆ, ਪਰ ਇੱਕ ਇਹਦੇ ਵਿੱਚ ਆਉਂਦੇ ਕਿਉਂ ਨਹੀਂ ਕਿਸਾਨ ਇਸ ਪਾਸੇ ਘੱਟ ਆਉਂਦੇ ਆ? ਕੀ ਕਾਰਨ? ਇਹਦੇ ਸਰ ਇੱਕ ਨਾ ਮਤਲਬ ਸਾਡਾ ਉਹ ਆ ਵੀ ਸਾਡੇ ਤੇ ਉਹਨੇ ਉਪਰਾਲੇ ਨਹੀਂ ਹੋਏ ਗਏ, ਕਿਸਾਨ ਨੂੰ ਪੂਰੇ ਪ੍ਰੋਪਰ ਤਰੀਕੇ ਨਾਲ ਦੱਸਿਆ ਨਹੀਂ ਜਾ ਰਿਹਾ ਜੀ। ਥੋੜਾ ਜਿਹਾ ਕਿਸਾਨ ਡਾਮਾਡੋਲਾ। ਸਿੱਧੀ ਬਿਜਾਈ ਕਰ ਲਈ ਉਹਨੇ ਖੁਦ ਤਜਰਬੇ ਕਰਨੇ ਆ। ਅਸਲ 'ਚ ਇਹ ਚਾਹੀਦਾ ਸਰਕਾਰ ਨੂੰ ਕਿ ਜਿਹੜੇ ਤਜਰਬੇਕਾਰ ਕਿਸਾਨ ਆ, ਜਿਹੜੇ ਪਿਛਲੇ 5-4 ਸਾਲ ਤੋਂ ਕਰ ਰਹੇ ਆ, ਉਹਨਾਂ ਦੇ ਕੈਂਪ ਆਰਗੇਨਾਈਜ਼ ਕੀਤੇ ਜਾਣ, ਜਾਂ ਮਤਲਬ ਜਿਹੜੇ ਖੇਤੀ ਮਾਹਰ ਆ ਉਹ ਮਤਲਬ ਇਸ ਵਾਰ ਥੋੜਾ ਉਪਰਾਲਾ ਹੋਇਆ ਕਿ ਆਏ ਆ, ਮਤਲਬ 2-4 ਵਾਰ ਕਿਸਾਨਾਂ ਤਾਈਂ ਪਹੁੰਚ ਹੋਈ ਆ, ਪਰ ਕਿਸਾਨ ਇੱਥੋਂ ਰੁਕ ਜਾਂਦਾ ਕਿ ਉਹਨੂੰ ਜਦੋਂ ਸਹੀ ਦਵਾਈ ਔਰ ਸਹੀ ਉਸ ਚੀਜ਼ ਦੀ ਜਾਣਕਾਰੀ ਨਹੀਂ ਮਿਲਦੀ। ਮਤਲਬ ਹੁਣ ਸੁੱਕੀ ਬਿਜਾਈ ਦੇ ਵਿੱਚ ਔਰ ਕੱਦੂ ਵਾਲੇ ਦੇ ਬਿਜਾਈ ਦੇ ਵਿੱਚ ਕਾਫੀ ਅੰਤਰ ਆ।
ਮਤਲਬ ਕੀ ਇਹਦਾ ਜਿਹੜਾ ਮਨਦੀਪ ਸਿੰਘ ਜੀ ਝਾੜ ਘਟਦਾ ਜਦੋਂ ਸਿੱਧੀ ਬਿਜਾਈ ਕਰਦੇ? ਨਹੀਂ ਸਰ, ਝਾੜ ਨਹੀਂ ਕੱਢਦਾ। ਝਾੜ ਤੋਂ ਪਹਿਲਾਂ ਜਿੱਦਾਂ ਮਤਲਬ ਆਪਾਂ 1 ਮਹੀਨੇ ਦੀ ਪਨੀਰੀ ਆ ਜਿਹਨੂੰ ਪੁੱਟ ਕੇ ਅਸੀਂ ਖੇਤ ਚ ਲਾਉਂਦੇ ਆ, ਔਰ ਸਿੱਧੀ ਬਿਜਾਈ ਦੇ ਵਿੱਚ ਉਹ ਜਿਹੜਾ 1 ਮਹੀਨਾ ਅਸੀਂ ਸਾਂਭਣਾ, ਮਤਲਬ ਬੂਟਾ ਬਹੁਤ ਨਰਮ ਹੁੰਦਾ ਉਸ ਸਥਿਤੀ ਦੇ ਵਿੱਚ, ਤੇ ਉਸ ਸਥਿਤੀ ਦੇ ਵਿੱਚ ਹਰੇਕ ਮਤਲਬ ਕਿਸਾਨ ਸੋਚਦਾ ਬਿਜਲੀ ਘੱਟ ਆ ਜਾਵੇ ਤੇ ਉਹਨਾਂ ਦਿਨਾਂ 'ਚ ਪਾਣੀ ਨਾ ਲੱਗੇ ਫਿਰ ਵੀ ਉਹ ਬੂਟਾ ਮਰ ਜਾਂਦਾ, ਕਿਉਂ ਉਦੋਂ ਵੇਲੇ ਟੈਂਪਰੇਚਰ ਬਹੁਤ ਹਾਈ ਹੁੰਦਾ। ਕਈ ਇਹਦੇ ਵਿੱਚ ਗੱਲਾਂ ਨੇ ਜੀ ਜਿਨ੍ਹਾਂ ਨੂੰ ਸਰਕਾਰ ਨੂੰ ਔਰ ਕਿਸਾਨਾਂ ਨੂੰ ਬਹਿ ਕੇ ਸੋਚਣਾ ਚਾਹੀਦਾ, ਔਰ ਚੀਜ਼ ਨਹੀਂ ਮਾੜੀ, ਬਹੁਤ ਵਧੀਆ ਚੀਜ਼ ਆ। ਉਹਦੇ ਤੇ ਸਾਨੂੰ ਛੋਟੇ ਪੱਧਰ ਤੇ ਜਾ ਕੇ ਅਸੀਂ ਦੇਖ ਲਈਏ, ਕਿਸਾਨ ਨਹੀਂ 20 ਏਕੜ ਲਾ ਸਕਦਾ, 10 ਏਕੜ ਨਹੀਂ ਲਾ ਸਕਦਾ, 2 ਏਕੜ ਤੋਂ ਸਟਾਰਟ ਕਰੀਏ ਅਸੀਂ। 2 ਏਕੜ ਸਿੱਧੀ ਬਿਜਾਈ ਕਰਕੇ ਤੁਹਾਨੂੰ ਆਪਣੇ ਆਪ ਦੂਸਰੇ ਸਾਲ ਤਜਰਬਾ ਹੋ ਜਾਣਾ ਕਿ ਕੀ ਮੈਨੂੰ ਚਾਹੀਦਾ ਸੀ, ਕੀ ਮੈਨੂੰ ਨਹੀਂ ਕਰਨਾ ਚਾਹੀਦਾ ਸੀ। ਜੀ ਜਦੋਂ ਆਪਾਂ ਮਨਦੀਪ ਸਿੰਘ ਜੀ ਪਨੀਰੀ ਵਾਲਾ ਜਾਂ ਕੱਦੂ ਵਾਲਾ ਝੋਨਾ ਲਾਉਨੇ ਜੀ, ਉਦੋਂ ਬੂਟਾ ਇੱਕ ਗਿੱਠ ਦਾ ਆਪਣੇ ਕੋ ਹੋ ਜਾਂਦਾ, ਬਿਲਕੁਲ ਸਰ, ਉਹ ਆਪਾਂ ਲਾਉਨੇ ਆ। ਜਦੋਂ ਸਿੱਧੀ ਬਿਜਾਈ ਕਰਦੇ ਆ ਉਹਦਾ ਜਿਹੜਾ ਝੋਨੇ ਦਾ ਇੱਕ ਦਾਣਾ ਉਹਨੂੰ ਬੀਜਿਆ ਜਾਂਦਾ। ਕੀ ਕਿਤੇ ਕਿਸਾਨ ਇਹ ਤਾਂ ਨਹੀਂ ਸੋਚਦਾ ਵੀ ਮੇਰੇ ਕੋਲੇ ਤਾਂ 1 ਮਹੀਨੇ ਦੀ ਪੈਦਾਵਾਰ ਵਾਲਾ ਬੂਟਾ ਹੋ ਗਿਆ, ਦੂਜਾ ਹਾਲੇ ਨਿਕਲਣਾ, ਉਹ ਕਿੱਦਾਂ ਨਿਕਲੂਗਾ, ਪੂਰਾ ਪ੍ਰੋਪਰ ਨਿਕਲੂਗਾ ਵੀ ਕਿ ਨਹੀਂ ਨਿਕਲੂਗਾ? ਕੀ ਇਦਾਂ ਦਾ ਕੋਈ ਸ਼ੰਕਾ ਕਿਸਾਨ ਦੇ ਦਿਲ 'ਚ ਤਾਂ ਨਹੀਂ ਆਉਂਦਾ, ਦਿਮਾਗ 'ਚ ਆਉਂਦਾ? ਸਰ ਇਹੋ ਜਿਹੀਆਂ ਸ਼ੰਕਾਵਾਂ ਰਹਿੰਦੀਆਂ ਵੀ ਆ ਜੀ, ਕਿਉਂ ਇੱਕ ਪਾਸੇ ਤੇ ਆਪਾਂ ਇੱਕ ਖੇਤ ਦੀ ਜਿਹੜੀ ਪਨੀਰੀ ਆ ਜੇ ਪੌਦ ਤਿਆਰ ਕਰਨੀ ਆ ਤੂੰ ਮਤਲਬ ਮਰਲੇ 1.5 ਮਰਲੇ 'ਚ ਕਰ ਲੈਣੀ, ਦੂਜੇ ਪਾਸੇ ਪੂਰਾ ਏਕੜ ਨੂੰ ਸਾਂਭਣਾ, ਔਰ ਉਹ ਕੰਡੀਸ਼ਨ ਥੋੜੀ ਨਾਜ਼ੁਕ ਹੁੰਦੀ ਆ ਜੀ। ਇਸ ਕਰਕੇ ਵੀ ਬਹੁਤ ਸਾਰੇ ਕਿਸਾਨ ਇਸ ਕੰਮ ਤੋਂ ਜੱਕਦੇ ਆ ਜੀ। ਮਤਲਬ 1 ਕਿੱਲੇ ਨੂੰ ਸਾਂਭਣਾ ਔਰ 10 ਮਰਲੇ, ਜਾਂ ਜੇ ਲਾਈਟ ਨਹੀਂ ਵੀ ਆਈ ਜਨਰੇਟਰ ਚਲਾ ਲੂਗਾ ਬੰਦਾ, ਕਨਾਲ ਥੈਂ ਭਰ ਲਊਗਾ, ਪਰ ਕਿੱਲਾ ਭਰਨਾ ਉਹਨੂੰ ਮੁਸ਼ਕਿਲ ਹੋ ਜਾਂਦਾ। ਕਿ ਉਹਨਾਂ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਇਹ ਕੀਤਾ ਗਿਆ ਹੁੰਦਾ ਕਿ ਸਿਰਫ 4 ਘੰਟੇ ਬਿਜਲੀ ਦੇਣੀ ਆ ਜਾਂ 8 ਘੰਟੇ ਦੇਣੀ ਤੇ 1 ਦਿਨ ਛੱਡ ਕੇ ਦੇਣੀ ਆ, ਫਿਰ ਉਹ ਮਤਲਬ ਸੰਭਵ ਨਹੀਂ ਹੈਗਾ ਜੀ। ਇਹਨਾਂ ਮਤਲਬ ਕਠਿਨਾਈਆਂ ਨੂੰ ਉਸ ਵੇਲੇ ਦੇਖਣਾ ਪੈਂਦਾ। ਔਰ ਦੂਸਰਾ ਇਹਦੇ ਵਿੱਚ ਜੇ ਬਾਰਿਸ਼ ਹੋ ਜਾਂਦੀ ਆ, ਮਤਲਬ ਇਹ ਕਰੰਡ ਹੋ ਜਾਂਦੀ ਆ, ਸਿੱਧੀ ਬਿਜਾਈ ਆ ਜਿਹੜੀ ਇਹ ਕਰੰਡ ਹੋ ਜਾਂਦੀ ਆ, ਫਿਰ ਉਹਦੇ ਤੇ ਕਈ ਵਾਰ ਦੋਹਰੀ ਵਾਰ ਬਿਜਾਈ ਕਰਨੀ ਪੈ ਜਾਂਦੀ ਆ। ਇਸ ਕਰਕੇ ਕਿਸਾਨ ਇਸ ਪਾਸੇ ਜਾਣ ਤੋਂ ਜੱਕਦਾ ਕਿ ਇਹਦੇ ਵਿੱਚ ਖਰਚਾ ਨਹੀਂ, ਖੇਚਲ ਹੈ ਜੀ। ਦੂਜੇ ਪਾਸੇ ਖਰਚਾ ਵੱਧ ਹੈ, ਖੇਚਲ ਘੱਟ ਆ। ਅਸੀਂ ਖੇਚਲ ਕਰਨੀ ਛੱਡ ਚੁੱਕੇ ਹਾਂ। ਤੁਹਾਡੇ ਕਹਿਣ ਦੇ ਮੁਤਾਬਕ ਜੇ ਸਿੱਧੀ ਬਿਜਾਈ ਕਿਸਾਨਾਂ ਨੇ ਕਰਨੀ ਆ ਤਾਂ ਉਹਦੇ ਲਈ ਇੱਕ ਤਾਂ ਸਰਕਾਰ ਨੂੰ ਬਿਜਲੀ ਪ੍ਰੋਪਰ ਦੇਣੀ ਪੈਣੀ, ਦੂਜਾ ਇਹ ਆ ਤੁਹਾਡਾ ਖੇਤੀਬਾੜੀ ਵਿਭਾਗ, ਪੰਜਾਬ ਸਰਕਾਰ, ਭਾਰਤ ਸਰਕਾਰ ਇਹ ਬੜਾ ਹਮਲਾ ਮਾਰ ਰਹੀ ਆ, ਕਿਸਾਨਾਂ ਨੂੰ ਦੱਸ ਰਹੀ ਆ। ਤੁਹਾਨੂੰ ਵੀ ਤੁਹਾਡਾ ਡਿਪਾਰਟਮੈਂਟ ਕਦੇ ਆਣ ਕੇ ਦੱਸਦਾ ਜਾਂ ਸ਼ਾਬਾਸ਼ ਦਿੰਦਾ ਜਾਂ ਕੋਈ ਸਲਾਹ ਮਸ਼ਵਰਾ ਦਿੰਦਾ ਵੀ ਭਾਈ ਇਹ ਨਹੀਂ ਬੀਜਣੀ, ਇਹ ਫਸਲ ਬੀਜੋ ਜਾਂ ਇਹ ਬੀਜ ਬੀਜੋ? ਕਿੱਦਾਂ ਦਾ ਸਹਿਯੋਗ ਰਹਿੰਦਾ ਤੁਹਾਡਾ? ਬਿਲਕੁਲ ਸਰ, ਸਾਡਾ ਖੇਤੀਬਾੜੀ ਵਿਭਾਗ ਜਿਹੜਾ ਮਤਲਬ ਸਾਡਾ ਬਲਾਕ ਫਲੋਰ ਆ, ਉੱਥੇ ਦੇ ਅਫਸਰ ਸਾਡੇ ਨਾਲ ਪੂਰਾ ਤਾਲਮੇਲ ਰੱਖਦੇ ਨੇ। ਮਤਲਬ ਟਾਈਮ ਟੂ ਟਾਈਮ ਅਸੀਂ ਵੀ ਜਾ ਕੇ ਉਹਨਾਂ ਕੋਲੋਂ ਜਾਣਕਾਰੀ ਲੈਂਦੇ ਆ। ਮੇਰੀ ਇੱਕ ਸਾਰੇ ਕਿਸਾਨ ਵੀਰਾਂ ਨੂੰ ਨਾ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਨਾ ਪ੍ਰਾਈਵੇਟ ਫਰਮਾਂ ਵਾਲਿਆਂ ਕੋਲ ਜਾ ਕੇ ਤੇ ਬੜੀ ਜਲਦੀ ਖੁਸ਼ ਆ, ਮਤਲਬ ਕਿਤੇ ਦਵਾਈਆਂ ਵਾਲੀ ਦੁਕਾਨ ਤੋਂ ਦਵਾ ਪੁੱਛ ਲਈ, ਅਸੀਂ ਖੇਤੀ ਮਾਹਰ ਕੋਲ ਜਾਣ ਤੋਂ ਜੱਕਦੇ ਆ। ਜਿਹੜੀ ਸਾਡੀ ਮਤਲਬ ਇਹ ਖੇਤੀ ਨੂੰ ਘਾਟਾ ਕਹਿ ਦਿੰਦੇ ਆ ਪੈਂਦਾ ਜਾਂ ਹੋਰ ਉਹ 'ਚ ਇੱਕ ਵੱਡੀ ਸਮੱਸਿਆ ਸਾਡੀ ਇਹ ਵੀ ਆ, ਜਿਹੜੇ ਪ੍ਰਾਈਵੇਟ ਕੰਪਨੀਆਂ ਨੇ ਨਾ ਆਪਣੇ ਬੰਦੇ ਛੱਡੇ ਹੋਏ, ਅਸੀਂ ਉਹਨਾਂ ਕੋਲੋਂ ਪੁੱਛ ਲੈਣਾ ਮੈਨੂੰ ਕੀ ਲੋੜ ਆ। ਜਿਹੜਾ ਖੇਤੀ ਮਾਹਰ PhD ਕਰਕੇ ਬੈਠਾ ਜਾਂ BSc ਕਰਕੇ ਬੈਠਾ, ਅਸੀਂ ਉਹਦੇ ਕੋਲ ਜਾਣ ਤੋਂ ਜੱਕਦੇ ਆ। ਇਹ ਸਾਨੂੰ ਤਾਲਮੇਲ ਪੂਰਾ ਬਿਠਾਵਾਂਗੇ ਨਾ ਤੇ ਅਸੀਂ ਕਾਮਯਾਬ ਰਹਾਂਗੇ ਜੀ। ਮੈਂ ਇਸ ਪੱਖ ਤੋਂ ਆਪਣੇ ਆਪ ਨੂੰ ਧੰਨਵਾਦੀ ਸਮਝਦਾ ਕਿ ਮੇਰੇ ਫਲੋਰ ਬਲਾਕ ਦੇ ਵਿੱਚ ਜਿੰਨੇ ਅਫਸਰ ਨੇ ਬਹੁਤ ਸਹਿਯੋਗ ਕਰਦੇ ਨੇ। ਅਸੀਂ ਟਾਈਮ ਟੂ ਟਾਈਮ ਜਾਂਦੇ ਆ, ਬਹੁਤ ਵਧੀਆ ਸਾਨੂੰ ਜਾਣਕਾਰੀ ਮਿਲਦੀ ਹੈ ਜੀ। ਮਨਦੀਪ ਸਿੰਘ ਜੀ, ਜਿਹੜਾ ਝਾੜ ਦੀ ਗੱਲ ਕੀਤੀ ਹੈ ਤਾਂ ਚਲੋ ਹੋ ਗਿਆ ਕਿ ਸਿੱਧੀ ਬਿਜਾਈ ਨੂੰ ਕਿਸਾਨਾਂ ਦੇ ਦਿਲਾਂ 'ਚ ਥੋੜਾ ਸ਼ੰਕਾ ਰਹਿੰਦਾ, ਉਹ ਖੇਤੀਬਾੜੀ ਵਿਭਾਗ ਕੱਢਣ ਦੀ ਕੋਸ਼ਿਸ਼ ਵੀ ਕਰਦਾ, ਕਿਸਾਨਾਂ ਨੂੰ ਵੀ ਦੱਸ ਰਿਹਾ ਵੀ ਭਾਈ ਤੁਸੀਂ ਇਹ ਸਲਾਹ ਦੇ ਰਹੇ ਆ, ਕੁਛ ਨਹੀਂ ਹੁੰਦਾ, ਸਿੱਧੀ ਬਿਜਾਈ ਕਰੋ। ਦੂਜਾ ਜਦੋਂ ਝਾੜ ਦੀ ਗੱਲ ਕਰਦੇ ਆ, ਝਾੜ 'ਚ ਕਿੰਨਾ ਕੁ ਫਰਕ ਪੈਂਦਾ? ਸਰ ਝਾੜ 'ਚ ਵੀ ਕਿਤੇ ਕਿਸਾਨ ਇਹ ਤਾਂ ਨਹੀਂ ਡਰਦਾ ਵੀ ਝਾੜ ਉਹਦਾ ਘਟ ਜੂ? ਨਹੀਂ ਸਰ, ਥੋੜਾ ਫਰਕ ਪੈਂਦਾ। ਮਤਲਬ ਜੇ ਆਪਾਂ ਲਾਉਨੇ ਆ ਉਹਨੂੰ ਆਪਾਂ 32 ਤੋਂ 35 ਕੁਆਂਟਲ ਗਿਣਦੇ ਆ ਤੇ ਇਹ 30 ਤੋਂ 32 ਗਿਣਦੇ ਆ। ਜੇ 2 ਕੁਆਂਟਲ ਸਾਡਾ ਘਟਦਾ ਪਰ 2 ਕੁਆਂਟਲ ਤੋਂ ਵੱਧੇ ਸਾਡੇ ਖਰਚੇ ਵੱਧ ਜਾਂਦੇ ਨੇ। ਅਸੀਂ ਕੈਲਕੂਲੇਸ਼ਨ ਕੱਲੀ ਝਾੜ ਦੀ ਨਾ ਕਰੀਏ, ਅਸੀਂ ਜੋ ਸਾਨੂੰ ਬਚਤ ਹੋਈ ਆ ਉਹ ਦੇਖੀਏ। ਬਚਤ ਸਾਡੀ ਜ਼ਿਆਦਾ ਹੋ ਜਾਂਦੀ ਆ, ਮਤਲਬ ਉਹਦੇ ਮੁਕਾਬਲੇ ਸਾਨੂੰ ਫੰਗਸ ਮਤਲਬ ਦਵਾਈਆਂ ਤੋਂ ਬਚਤ ਹੋ ਗਈ ਜਾਂ ਸਾਡੀ ਲੇਬਰ ਦੀ ਬਚਤ ਹੁੰਦੀ ਆ। ਇਹਨਾਂ ਚੀਜ਼ਾਂ ਦੀ ਸਾਨੂੰ ਕਾਫੀ ਬਚਤ ਹੋ ਜਾਂਦੀ ਹੈ। ਹਾਂ, ਦੇਖੋ ਦਵਾਈਆਂ ਦੀ, ਲੇਬਰ, ਤੁਸੀਂ ਲੇਬਰ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਵੀ 3 ਤੋਂ 5000 ਪਰ ਏਕੜ ਜਿਹੜਾ ਝੋਨੇ ਦੀ ਜਦੋਂ ਆਪਾਂ ਬਿਜਾਈ ਕਰਦੇ ਆ ਕੱਦੂ ਵਾਲੇ ਦੀ ਤੇ ਉਹਦੀ ਲੇਬਰ ਦਾ ਖਰਚਾ, ਫਿਰ ਦਵਾਈਆਂ ਦਾ, ਕਿਤੇ ਨਾ ਕਿਤੇ ਕਿਸਾਨ ਦੇ ਪੈਸੇ ਇਹਦੇ 'ਚ ਬਚਦੇ ਆ ਸਿੱਧੀ ਬਿਜਾਈ ਨਾਲ। ਹਾਂਜੀ ਸਰ,
ਸਿੱਧੀ ਬਿਜਾਈ ਦੇ ਵਿੱਚ ਕਿਸਾਨ ਖੁਦ ਕਰ ਸਕਦਾ। ਜੇ ਕੱਦੂ ਵਾਲੇ 'ਚ ਆਪਾਂ ਮੰਨਦੇ ਆ ਵੀ ਉਹਦੇ ਵਿੱਚ ਖੋਭਾ ਹੁੰਦਾ, ਕਿਸਾਨ ਨੂੰ ਤੁਰਨਾ ਮੁਸ਼ਕਿਲ ਆ, ਜਾਂ ਉਹਨਾਂ ਦਿਨਾਂ 'ਚ ਹੁਮਸ ਬਹੁਤ ਹੋ ਜਾਂਦੀ ਆ। ਔਰ ਜਿਹੜਾ ਉਹ ਆਪਾਂ ਸਿੱਧੀ ਬਿਜਾਈ ਕਰਦੇ ਆ ਉਹਦੇ ਵਿੱਚ ਤੁਸੀਂ ਸੁੱਕੇ 'ਚ ਆਰਾਮ ਨਾਲ, ਜਿੱਦਾਂ ਆਪਾਂ ਕਣਕ ਨੂੰ ਖਾਦ ਪਾਉਂਦੇ ਆ ਆਰਾਮ ਨਾਲ ਪਾ ਸਕਦੇ ਆ। ਲੇਬਰ ਦੀ ਐਡੀ ਵੱਡੀ ਕੋਈ ਮਤਲਬ ਲੋੜ ਨਹੀਂ ਪੈਂਦੀ, ਤੇ ਦੂਸਰੀ ਹੁਮਸ ਨਹੀਂ ਹੁੰਦੀ। ਵਾਤਾਵਰਨ ਸਾਡਾ ਜਿਹੜਾ ਆ ਉਹ ਬਹੁਤ ਵਧੀਆ ਰਹਿੰਦਾ ਆ। ਤੁਸੀਂ ਕਦੇ ਗੌਰ ਕਰਿਓ ਵੀ ਜਿੱਥੇ ਸੁੱਕੀ ਬਿਜਾਈ ਕੀਤੀ ਹੋਈ ਆ, ਜਦੋਂ ਆਪਾਂ ਉਹਦੇ ਕੋਲ ਦੀ ਲੰਘਦੇ ਆ ਤੇ ਠੰਡੀ ਹਵਾ ਆਉਂਦੀ ਆ। ਜਦੋਂ ਆਪਾਂ ਕੱਦੂ ਵਾਲੇ ਕੋਲ ਦੀ ਜਾਂਦੇ ਆ ਤੇ ਉੱਥੇ ਹੁਮਸ ਪੈਦਾ ਹੁੰਦਾ। ਹੁਮਸ ਪੈਦਾ ਹੋਣ ਨਾਲ ਫੰਗਸ ਪੈਦਾ ਹੋ ਜਾਂਦੀ ਆ। ਜਿਹੜੀਆਂ ਝੋਨੇ ਦੀਆਂ 70% ਬਿਮਾਰੀਆਂ ਸਾਡੀਆਂ ਉਹ ਫੰਗਸ ਤੋਂ ਆ ਰਹੀਆਂ ਜੀ। ਮਤਲਬ ਸਾਨੂੰ ਆਪਣਾ ਵਾਤਾਵਰਨ ਬਚਾਉਣ ਲਈ, ਮਤਲਬ ਆਪਣੀ ਇਨਕਮ ਵਧਾਉਣ ਲਈ ਇਸ ਪਾਸੇ ਨੂੰ ਆਉਣਾ ਪੈਣਾ। ਸਾਡਾ ਖੇਤ ਪੋਲਾ ਰਹਿੰਦਾ ਜੀ। ਕਣਕ ਜਦੋਂ ਆਪਾਂ ਸਿੱਧੀ ਬਿਜਾਈ ਵਾਲੇ 'ਚ, ਜਦੋਂ ਆਪਾਂ ਅਗਲੇ ਸਾਲ ਕਣਕ ਬੀਜਣੀ ਆ ਤੇ ਕੁਆਂਟਲ ਤੋਂ 1.5 ਕੁਆਂਟਲ ਕਣਕ ਦੇ ਝਾੜ ਦਾ ਫਰਕ ਪੈ ਜਾਂਦਾ ਜੀ। ਜਿੱਥੇ ਕਿਸਾਨ ਚੰਗੀ ਫਸਲ ਲੈ ਕੇ ਸਿੱਧੀ ਬਿਜਾਈ ਕਰਕੇ ਪਾਣੀ ਦਾ ਬਚਾਅ ਵੀ ਤੁਸੀਂ ਕਰਕੇ, ਉੱਥੇ ਤੁਸੀਂ ਆਪ ਦਾ ਵੱਧ ਝਾੜ ਵੀ ਲੈਂਦੇ ਹੋ ਤੇ ਖੇਚਲ ਵੀ ਘਟਦੀ ਹੈ। ਉੱਥੇ ਤੁਸੀਂ ਮਾਨਵਤਾ ਦਾ ਭਲਾ ਵੀ ਕਰਦੇ ਹੋ। ਇਹ ਹੋਰ ਕਿਸਾਨ ਵੀਰਾਂ ਨੂੰ ਵੀ ਇਸ ਪਾਸੇ ਵੱਲ ਜੇ ਸਰਕਾਰ ਧਿਆਨ ਦਿੰਦੀ ਹੈ ਤਾਂ ਜ਼ਰੂਰ ਸੋਚਣਾ ਚਾਹੀਦਾ। ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਆਪਣੇ ਸਾਥੀ ਕਿਸਾਨਾਂ ਨੂੰ? ਮੈਂ ਤੇ ਸਾਰੇ ਕਿਸਾਨ ਵੀਰਾਂ ਨੂੰ ਇੱਕ ਹੀ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਝੋਨੇ ਦੀ ਸਿੱਧੀ ਬਿਜਾਈ ਤੇ ਆਈਏ, ਹੌਲੀ ਹੌਲੀ ਤਜਰਬਾ ਕਰੀਏ, ਖੇਤੀ ਮਾਹਰਾਂ ਦੀ ਸਲਾਹ ਲਈਏ, ਔਰ ਦੂਸਰਾ ਉਹਦੇ ਨਾਲ ਨਾਲ ਆਪਣੇ ਘਰ ਖਾਣ ਜੋਗਾ ਤੇ ਜ਼ਰੂਰ ਪੈਦਾ ਕਰੀਏ। ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜ਼ਿਮੀਂਦਾਰ ਦੇ ਪੁੱਤਰ ਨੂੰ 10% ਬਾਜ਼ਾਰ ਤੇ ਡਿਪੈਂਡ ਹੋਣ ਦੀ ਲੋੜ ਆ, ਜਦ ਕਿ ਅਸੀਂ ਉਲਟਾ ਹੋ ਗਏ। ਅਸੀਂ 90% ਬਾਜ਼ਾਰ ਤੇ ਡਿਪੈਂਡ ਹੋ ਗਏ, 10% ਘਰ ਪੈਦਾ ਕਰ ਰਹੇ ਹਾਂ। ਸਾਨੂੰ 90% ਘਰ ਪੈਦਾ ਕਰਨਾ ਚਾਹੀਦਾ। ਸਾਡੀ ਜ਼ਮੀਨ ਬਹੁਤ ਉਪਜਾਊ ਆ ਪੰਜਾਬ ਦੀ, ਉਹ ਹਰੇਕ ਫਸਲ ਪੈਦਾ ਕਰ ਸਕਦੀ ਆ। ਜ਼ਿਆਦਾ ਨਹੀਂ ਕਰ ਸਕਦੇ, ਘੱਟੋ ਘੱਟ ਘਰ ਜੋਗਾ ਤੇ ਸਾਨੂੰ ਘਰੇ ਪੈਦਾ ਹੀ ਕਰਨਾ ਚਾਹੀਦਾ। ਦਾਲਾਂ, ਤੇਲ ਬੀਜ ਫਸਲਾਂ ਸਾਰੀਆਂ ਸਾਨੂੰ ਘਰੇ ਬੀਜਣੀਆਂ ਚਾਹੀਦੀਆਂ। ਮਨਦੀਪ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਆ। ਤੁਸੀਂ ਬਹੁਤ ਸਾਰੀਆਂ ਵਧੀਆ ਗੱਲਾਂ ਸਾਡੇ ਕਿਸਾਨ ਵੀਰਾਂ ਨੂੰ ਦੱਸੀਆਂ, ਔਰ ਮੈਨੂੰ ਲੱਗਦਾ ਕਿ ਚੰਗੀ ਕਮਾਈ ਦੇ ਨਾਲ ਜਦੋਂ ਤੁਸੀਂ ਸਮਾਜ ਦੀ ਸੇਵਾ ਵੀ ਕਰਦੇ ਆ, ਮਾਨਵਤਾ ਦੀ ਸੇਵਾ ਵੀ ਕਰਦੇ ਆ, ਮਾਨਵ ਨੂੰ ਬਿਮਾਰੀਆਂ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਆ, ਇਹ ਸਭ ਤੋਂ ਵੱਡਾ ਭਲੇ ਦੀ ਗੱਲ ਆ। ਔਰ ਤੁਸੀਂ ਸਾਡੇ ਨਾਲ ਅੱਜ ਗੱਲਬਾਤ ਕੀਤੀ, ਕਿਸਾਨ ਵੀਰਾਂ ਨੂੰ ਬਹੁਤ ਸਾਰੀਆਂ ਸਲਾਹਾਂ ਵੀ ਦਿੱਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ।